ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪੇਂਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧੁ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਵੜ ਅਗੀ, ਪਾਵਹਿ ਗਤ ਬਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਭਵ ਸਾਗਰ ਮੋਹਿਤ ਹਰਿ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ। ਭਵ ਸਾਗਰ ਮੋਹਿਤ ਹਰਿ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ। ਹਰ ਗੁਣ ਰਮਤ ਨਾਹੀ ਜਮ ਪੰਥ, ਮਹਾ ਵਿਚਾਰ ਪੰਚ ਦੂਤ ਹੈ ਪੰਥ। ਤਉ ਸਰਣਾਈ ਪੂਰਨ ਨਾਥ, ਜੰਤ ਆਪਣੇ ਕੋ ਦੀਜਹਿ ਹਾਥ। ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ, ਪਾਰ ਬ੍ਰਹਮ ਕਾ ਕਰਹਿ ਬਖਿਆਨ। ਜੋਗੀ ਜਤੀ ਬੈਸਨੋ ਰਾਮਦਾਸ, ਨਿਤ ਨਾਹੀ ਬ੍ਰਹਮ ਅਬਿਨਾਸ।
ਕਰਨ ਪਲਾਹ ਕਰਹਿ ਸਿਵ ਦੇਵੋ ਤਿਲ ਨਹੀਂ ਪੂਜਹਿ ਅਲਖ ਅਭੇਵੋ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਬਿਰਲੇ ਕੇਈ ਕੇ ਮੋਹ ਨਿਰਗੁਣ ਗੁਣ ਕਿਛੂ ਨਾਹੀ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵੋ ਕਰ ਕਿਰਪਾ ਦੀਜੈ ਗੁਰ ਦੇਵੋ ਨਾਨਕ ਦੀਨ ਜਾਚੈ ਤੇਰੀ ਸੇਵੋ ਕਰ ਕਿਰਪਾ ਦੀਜੈ ਗੁਰ ਦੇਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ ਹੋਈ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਹਰਜਸ, ਅੰਮ੍ਰਿਤ ਰੂਪ, ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਜੋ 867 ਅੰਗ ਤੇ ਗੋਂਡ ਰਾਗ ਵਿੱਚ ਆਰੰਭ ਹੈ, ਆਪ ਜੀ ਸ਼ਰਵਣ ਕਰਦੇ ਆ ਰਹੇ ਹੋ। ਕਿਉਂਕਿ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਬਾਣੀ ਜੋ ਸੱਚ ਦਾ ਸਰੂਪ ਹੈ, ਜੋ ਇਸ ਦੀ ਕਮਾਈ ਕਰਦਾ ਹੈ ਉਹ ਫਿਰ ਬਾਣੀ ਸ਼ਬਦ ਦਾ ਸਰੂਪ ਹੋ ਜਾਂਦਾ ਹੈ। ਇਹ ਬਾਣੀ ਮਹਾਂਪੁਰਖਨ ਕੀ ਮਨ ਹੈ ਅਕਾਰਨ ਮਾਨ ਕੋ, ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀਕੀ ਧਿਆਨ ਕੋ। ਇਸ ਵਾਸਤੇ ਪਵਿੱਤਰ ਬਾਣੀ ਹੈ ਗੁਰਬਾਣੀ। ਗੁਰੂ ਮਹਾਰਾਜ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਹੋਈ ਹੈ ਔਰ ਉਹ ਸੰਤ ਭਗਤ ਜਿਹੜੇ ਅਭੇਦ ਪੁਰਖ ਸੀ, ਉਹਨਾਂ ਨੇ ਵੀ ਆਪਣੇ ਪਿਆਰ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਉਹਨਾਂ ਨੂੰ ਵੀ ਮਹਾਰਾਜ ਨੇ ਸਨਮਾਨ ਬਖਸ਼ਿਸ਼ ਕੀਤਾ ਹੈ। ਜਿਸ ਤਰ੍ਹਾਂ ਚੰਦਰਮਾ ਦੇ ਦੁਆਲੇ ਤਾਰਿਆਂ ਦਾ ਪਰਿਵਾਰ ਰਾਤ ਕਿੰਨੀ ਸੋਹਣੀ ਲੱਗਦੀ ਹੈ, ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਇਰਦ ਗਿਰਦ ਸੰਤਾਂ ਭਗਤਾਂ ਗੁਰਸਿੱਖਾਂ ਦਾ ਪਰਿਵਾਰ ਹੈ।
उस मंडल की सत्संग की कितनी महान शोभा बनती है। सो सतगुरु जी ने अपने प्यारे उन्होंने भी कृपा करदियां होया गुरसिੱਖੀ परिवार वांगू अपनी बाणी दे नाल स्थान बख्शिश कीते हैं। गोंड राग दे अंदर कथा जारी है। सतगुरु जी की कृपा दे नाल उन्हां दी अपनी ही मेहर है ਅਤੇ इतिहासक स्थानों ते ये सारी परंपरा मर्यादा चलती है। चाहिए तो सारे ही है इत्थों शिक्षा लैके हर गुरु घर विच ऐसी मर्यादा होवे, गुरु महाराज दीयां बख्शिशां प्राप्त होण। इतिहासी स्थानों ते गुरु महाराज की बख्शिश के नाल नितनेम कीर्तन कथा प्रसंग महाराज की बख्शिश है। वो सारिया संगतां ने प्यार दे नाल गुरु महाराज के चरणों विच सज के बैठना है। जोड़े रोज़ के ਸਰੋਤੇ हैं वो तो इस इच्छा आते हैं महाराज का हर जस सरवण करिए। कई नवीन संगतां जो तीर्थ यात्रा वास्ते आउंदियां उन्हां दा भी फर्ज है कि भागां दे नाल ये समां मिलता है कि सत्संगत दे विच बैठ के नाम बाणी दी विचार सरवण करिए। क्योंकि दर्शन डिठै मुक्त न होवे जिचर गुर शब्द न करे विचार। विचार तो बिना गल बनती नहीं। विचार जिहड़ी है तां ही मिलेगी जे गुरु महाराज के कथा प्रसंग सरवण करांगे। तो सारिया संगतां भाई मन विरती की एकाग्रता वास्ते रसना की पवित्रता लई गज वज के बोलो सतनाम श्री वाहिगुरू। ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਭਵ ਸਾਗਰ ਬੋਹਿਥ ਹਰ ਚਰਨ। जिस तरह नदी है या दरिया है या समुद्र है, इसनूं तरन वास्ते बेड़ी बेड़ा या समुद्री जहाज वगैरह इन्हां दी लोड़ पैंदी है। अजकल हवाई जहाज है वो उपर आकाश मार्ग राही नदियां नालियां नूं तय कर जाते हैं और उन्हां विच सीमित यात्रु जा सकते हैं। बेड़े जिहड़े है वो हज़ारां की तादाद विच ले जाते। बड़े बड़े समुद्री बेड़े है वो जाके देखे है। बड़े बड़े बाजार बने हुए हैं, फैक्ट्रियां लगियां हुई, गाइड भी ना उन्होंने चों बाहर आना ही औखा। इतने बड़े बड़े बेड़े शहरों जिहड़े कई छत्तां
ਜਹਾਜ਼ ਉੱਤੇ ਰਨਿੰਗ ਕਰਕੇ ਦੂਏ ਦੇਸ਼ 'ਤੇ ਹਮਲੇ ਕਰਨ ਜਾਂਦੇ ਹਨ। ਐਸੇ ਬੇੜੇ ਆ। ਇਸ ਸੰਸਾਰ ਤੋਂ ਦੁਨਿਆਵੀ ਨਦੀਆਂ ਨਾਲੇ ਸਾਗਰਾਂ ਤੋਂ ਪਾਰ ਕਰਨ ਵਾਸਤੇ ਬੇੜੀ ਬੇੜਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਇਹ ਜਿਹੜਾ ਸੰਸਾਰ ਸਾਗਰ ਹੈ, ਦੂਸਰੇ ਤਾਂ ਨਦੀਆਂ ਨਾਲੇ ਸਮੁੰਦਰ ਪਾਣੀ ਨਾਲ ਭਰੇ ਹੋਏ ਆ। ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ। ਜਿਵੇਂ ਉੱਥੇ ਚਟਾਨਾਂ ਹੋਣੀਆਂ, ਇੱਥੇ ਹੰਕਾਰ ਰੂਪੀ। ਜਿਵੇਂ ਉੱਥੇ ਜਲ ਜੰਤੂ, ਬੜੇ ਬੜੇ ਮਗਰਮੱਛ, ਤੰਦੂਏ ਵਗੈਰਾ, ਇੱਥੇ ਕਾਮ ਕ੍ਰੋਧ ਮੋਹ ਆਦਿਕ ਇਹ ਜਲ ਜੰਤੂ ਹੈ। ਇਹਨਾਂ ਤੋਂ ਤਰਨ ਵਾਸਤੇ ਇਹ ਨਾਮ ਰੂਪੀ ਬੇੜਾ ਹੈ। ਹਰੀ ਦੇ ਚਰਨ, ਜਿਵੇਂ ਸ਼ਬਦ ਦੇ 4 ਬੰਦ ਹੁੰਦੇ ਆ, ਕਹਿ ਦਈਦਾ 4 ਚਰਨ, ਇੱਕ ਬੰਦ ਨੂੰ ਚਰਨ ਕਹਿ ਦਈਦਾ। ਇਹ ਨਾਮ ਰੂਪੀ, ਇਹ ਸਤਿਗੁਰੂ ਦੇ ਉਪਦੇਸ਼ ਰੂਪੀ ਜਿਹੜੇ ਚਰਨ ਆ, ਗਿਆਨ ਰੂਪੀ, ਇਹ ਸੰਸਾਰ ਭਵ ਸਾਗਰ, ਜਿਹੜਾ ਸੰਸਾਰ ਰੂਪੀ ਸਾਗਰ ਹੈ, ਇਹ ਤੋਂ ਤਰਨ ਵਾਸਤੇ ਬਹੁਤ ਜਹਾਜ਼ ਦੀ ਨਿਆਏ। ਕਿਉਂਕਿ ਗੁਰੂ ਦੇ ਉਪਦੇਸ਼ ਦੁਆਰਾ ਹੀ ਆਪਾਂ ਸੰਸਾਰ ਸਾਗਰ ਤੋਂ ਬੁਰਾਈਆਂ ਵੱਲੋਂ ਬਚ ਸਕਦੇ ਹਾਂ। ਹੋਰ ਤਾਂ ਕੋਈ ਸਾਧਨ ਹੈ ਹੀ ਨਹੀਂ। ਇਸ ਵਾਸਤੇ ਹਰੀ ਦੇ ਜਿਹੜੇ ਉਪਦੇਸ਼ ਰੂਪੀ ਚਰਨ, ਇਹ ਬਹੁਤ ਜਹਾਜ਼ ਦੀ ਨਿਆਏ ਹਨ। ਸਿਮਰਤ ਨਾਮ ਨਾਹੀ ਫਿਰ ਮਰਨ। ਜਿਹੜੇ ਨਾਮ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਪੁਨਰ ਜਨਮ ਨਹੀਂ ਹੁੰਦਾ। ਜਨਮ ਹੋਏਗਾ ਤੇ ਮਰਨਾ ਵੀ ਹੋਏਗਾ। ਕਿਉਂਕਿ ਜੀਵ ਦੇ ਉੱਤੇ ਖਟ ਵਿਕਾਰੀ ਹੈ। ਪਹਿਲਾਂ ਨਿਮਣ ਦੀ ਅਵਸਥਾ, ਇਹ ਜਨਮ ਦੀ ਹੈ, ਫਿਰ ਸ਼ਿਸ਼ੂ ਅਵਸਥਾ, ਬਾਲ ਅਵਸਥਾ, ਪ੍ਰੌਢੀ ਅਵਸਥਾ, ਨੌਜਵਾਨ, ਅਧਖੜ, ਬੁਢਾਪਾ ਜਾਂ ਮੌਤ ਵਗੈਰਾ। ਕਿਉਂਕਿ ਜੰਮਣਾ ਮਰਨਾ ਸਰੀਰ ਦਾ ਧਰਮ ਹੈ। ਹਰਖ ਸ਼ੋਕ ਮਨ ਦਾ, ਭੁੱਖ ਪਿਆਸ ਪ੍ਰਾਣਾਂ ਦਾ, ਖਟ ਵਿਕਾਰੀ ਹੈ, 6 ਦੋਸ਼ ਹੈ। ਇਹ ਜਿਹੜਾ ਭਵ ਸਾਗਰ, ਸੰਸਾਰ ਰੂਪੀ ਸਾਗਰ, ਇਤੋਂ ਤਰਨ ਵਾਸਤੇ ਹਰੀ ਦੇ ਉਪਦੇਸ਼ ਰੂਪੀ ਚਰਨ, ਇਹ ਬਹੁਤ ਜਹਾਜ਼ ਦੀ ਨਿਆਏ ਹਨ। ਕਿਉਂਕਿ ਇਹ ਸੰਸਾਰ ਸਾਗਰ ਜਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾ ਹੈ ਉੱਥੈ ਤੇਰੀ ਰੱਖ। ਅਗਨੀ ਉਦਰ ਮਾਹੇ ਸੁਣ ਕੈ ਜਮ ਕੈ ਦੂਤ, ਨਾਏ ਤੇਰਾ ਛੱਡ ਜਾਏ। ਤੇ ਜਿਹੜਾ ਫਿਰ ਉਹਦਾ ਸਿਮਰਨ ਕਰਦਾ ਹੈ, ਉਸ ਦਾ ਫਿਰ ਮਰਨਾ ਨਹੀਂ ਹੁੰਦਾ। ਕਿਉਂਕਿ ਜਦੋਂ ਉਹਦਾ ਮੁੜ ਕੇ ਜਨਮੇ ਹੈ ਨਹੀਂ, ਇਹ ਮਰਨ ਕਿਵੇਂ ਹੋਏਗਾ? ਉਹ ਆਵਾਗਮਨ, ਇਹ ਜੰਮਣ ਮਰਨ ਦਾ ਇਹਦਾ ਚੱਕਰ ਹੈ। ਇਸ ਤੋਂ ਫਿਰ ਉਹ ਰਹਿਤ ਹੋ ਜਾਂਦਾ। ਬਹੁਰ ਹਮ ਕਾਹੇ ਆਵੇਂਗੇ, ਫਿਰ ਉਹਨੇ ਮੁੜ ਕੇ ਕੀ ਕਰਨਾ ਹੋਣਾ? ਉਹ ਤਾਂ ਆਪ ਮੁਕਤ ਕਰੇ ਸੰਸਾਰ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ।
ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਉਹਨਾਂ ਦਾ ਫਿਰ ਨਾ ਜਨਮਿਆ ਨਾ ਮਰਨ, ਇਸ ਚੱਕਰ ਤੋਂ ਉਹ ਰਹਿਤ ਹੋ ਜਾਂਦੇ ਹਨ। ਕਿਉਂਕਿ ਅਵਸਥਾ ਇਸ 'ਤੇ ਪਹੁੰਚਣ ਵਾਸਤੇ ਕਮਾਈ ਕਰਨੀ ਪੈਂਦੀ ਹੈ, ਔਰ ਉਹਦਾ ਜਿਹੜਾ ਸਿਮਰਨ ਹੈ, ਨਾਮ ਦਾ ਸਿਮਰਨ, ਨਾ ਹੀ ਫਿਰ ਮਰਨ। ਕਿਉਂਕਿ ਜਿਹੜਾ ਸਿਮਰਨ ਜਾਂ ਸਿਮਰਤੀ ਹੈ, ਇਹ ਹਰ ਇਨਸਾਨ ਦੇ ਅੰਦਰ ਚੱਲਦੀ ਰਹਿੰਦੀ ਹੈ। ਖਾਣ ਦਾ ਸਿਮਰਨ, ਪਹਿਨਣ ਦਾ ਸਿਮਰਨ, ਪੀਣ ਦਾ ਸਿਮਰਨ, ਕਿਤੇ ਜਾਣ ਦਾ, ਜਾਗਣ ਦਾ, ਸੌਣ ਦਾ, ਇਹ ਸਿਮਰਤੀਆਂ ਹੀ ਆ। ਮਾਇਆ ਕਮਾਉਣ ਦਾ, ਮਾਇਆ ਸਾਂਭਣ ਦਾ, ਪਰਿਵਾਰ ਪਾਲਣ ਪੋਸ਼ਣ ਦਾ, ਰਿਸ਼ਤੇਦਾਰਾਂ ਮਿੱਤਰਾਂ ਸੰਬੰਧੀਆਂ ਦਾ, ਹੋ ਬੀਤੀਆਂ ਗੱਲਾਂ ਦਾ, ਮੌਜੂਦਾ ਵਰਤਮਾਨ, ਆਉਣ ਵਾਲੇ ਭਵਿੱਖਤ ਵਾਸਤੇ ਵੀ ਸਿਮਰਤੀ ਜਿਹੜੀ ਹੈ ਇਨਸਾਨ ਦੇ ਅੰਦਰ ਚੱਲਦੀ ਰਹਿੰਦੀ ਹੈ। ਇਹ ਸੁਪਨਿਆਂ ਵਿੱਚ ਵੀ ਹੁੰਦਾ ਹੈ, ਫੁਰਨਾ ਬੰਦ ਨਹੀਂ ਹੁੰਦਾ। ਅਗਿਆਨੀ ਪੁਰਸ਼ਾਂ ਦਾ, ਗਿਆਨਵਾਨ ਦੇ ਅੰਦਰੋਂ ਇਸ ਗੱਲ ਖਤਮ ਹੋ ਜਾਂਦੇ। ਉਹ ਤਾਂ ਵੀ ਸੁਣਨੇ ਸੁਣ ਮਿਲਿਆ ਸੁੰਦਰ ਸੀ, ਇਸ ਅਵਸਥਾ 'ਚ ਪਹੁੰਚ ਜਾਂਦੇ। ਇਹ ਸਿਮਰਨ ਨਾਮ ਦਾ ਕਰਨ ਦਾ ਪ੍ਰਯੋਜਨ ਕੀ ਹੈ? ਬਾਕੀ ਸਿਮਰਨ ਬੰਦ ਹੋ ਜਾਣ, ਇੱਕ ਪਰਮਾਤਮਾ ਦਾ ਸਿਮਰਨ ਰਹਿ ਜਾਏ। ਇਹ ਸਿਮਰਨ ਦੀ ਫਿਰ ਅਸਲੀ ਅਵਸਥਾ ਹੈ। ਰਹਿਤ ਰਹਿਤ ਰਹਿ ਜਾਏ ਵਿਕਾਰਾਂ, ਖਤਮ ਹੋ ਜਾਂਦੇ। ਸਿਮਰਤ ਨਾਮ ਨਾਹੀ ਫਿਰ ਮਰਨ। ਪਹਿਲਾਂ ਤਾਂ ਸਥੂਲ ਪੁਰਨੇ ਆ ਨਾ, ਤੇ ਸਿਮਰਨ ਕਰਦਿਆਂ ਕਰਦਿਆਂ ਸੂਖਸ਼ਮ ਹੋ ਜਾਂਦੇ, ਫਿਰ ਹੌਲੀ ਹੌਲੀ ਮੁੱਕ ਜਾਂਦੇ। ਉਹ ਸਿਮਰਤੀਆਂ ਕਲੇਸ਼ ਦਾ ਕਾਰਨ ਵੀ ਹੈਗੀ। ਤੇ ਜਦੋਂ ਫਿਰ ਉਹ ਸੰਕਲਪ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਪਾਣੀ ਵਿੱਚੋਂ ਲਹਿਰ ਰੁਕ ਜਾਏ, ਸਾਫ਼ ਹੋ ਜਾਂਦਾ ਤੇ ਚਿਹਰਾ ਵੀ ਨਜ਼ਰ ਆਉਂਦਾ। ਇਸ ਤਰ੍ਹਾਂ ਜਿਹੜੇ ਮਹਾਂਪੁਰਖਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕਹਿੰਦੇ ਜਲ ਲਿਆਓ ਜੀ। ਉਹ ਨਦੀ 'ਚ ਪਸ਼ੂ ਘੁੰਮ ਗਏ ਸੀ, ਮਹਾਰਾਜ ਤਾਂ ਬੜਾ ਮੈਲਾ, ਫੇਰ ਲਿਆਓ, ਫੇਰ ਲਿਆਓ। ਹੌਲੀ ਹੌਲੀ ਉਹ ਮਿੱਟੀ ਵਹਿ ਗਈ, ਪਾਣੀ ਨਿਰਮਲ ਹੋ ਗਿਆ, ਨਹਾਉਣ ਪੀਣ ਦੇ ਕਾਬਲ ਬਣ ਗਿਆ, ਬਸਤਰ ਧੋਣ। ਇਸ ਤਰ੍ਹਾਂ ਮਨ ਵੀ ਮੈਲਾ ਹੈ। ਕਰਦਿਆਂ ਕਰਦਿਆਂ ਫਿਰ ਜਿਹੜੀ ਮੈਲ ਹੈ ਉਤਰ ਜਾਂਦੀ ਹੈ। ਜਿਲੇ ਨਿਰਮਲ ਪਵਿੱਤਰ ਸਵੱਛ ਹੋ ਜਾਂਦਾ ਹੈ, ਇਹਨੂੰ ਆਪਣੇ ਸਵੈਂ ਸਰੂਪ ਦਾ ਪ੍ਰਕਾਸ਼ ਨਜ਼ਰ ਵੀ ਆਉਣ ਲੱਗ ਜਾਂਦਾ। ਇਸ ਵਾਸਤੇ ਕਹਿੰਦੇ ਜਦੋਂ ਫਿਰ ਸਿਮਰਨ ਦੀ ਮੁਕੰਮਲ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਇਹ ਮੁੜ ਕੇ ਜੰਮਦਾ ਨਹੀਂ, ਨਾ ਇਹਦਾ ਫਿਰ ਮਰਨ ਹੁੰਦਾ। ਇਹ ਉਸ ਪਰਮਾਤਮਾ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਹਰ ਗੁਣ ਰੰਗਤ ਨਾਹੀ ਜਮ ਪੰਥ। ਹਾਂਜੀ, ਕਹਿੰਦੇ ਜਿਹੜੇ ਪਰਮਾਤਮਾ ਦੇ ਮਿਲਣ ਵਾਲੇ ਗੁਣ ਹਨ, ਜਿਹੜੇ ਉਹਨਾਂ ਦਾ ਰਮਣ ਕਰਦਾ, ਉਹਨਾਂ ਦੇ ਅਨੁਸਾਰ ਸੰਸਾਰ ਵਿੱਚ ਬ੍ਰਹਮਤ ਵਿਚਰਦਾ, ਫਿਰ ਜਮਾਂ ਦਾ ਜਿਹੜਾ ਪੰਥ ਰਸਤਾ, ਉਧਰ ਕਿਉਂ ਜਾਏਗਾ? ਉਧਰ ਤਾਂ ਹੀ ਜਾਏਗਾ ਨਾ, ਚੋਰੀ ਜਾਰੀ ਬਦਮਾਸ਼ੀ ਕਰੇਗਾ, ਝੂਠ ਪ੍ਰੇਮ ਨਿੰਦਿਆ, ਬਗਾਨਾ ਹੱਕ ਖਾਣਾ, ਹੋਰ ਬਹੁਤ ਤਰ੍ਹਾਂ ਦੇ ਦੋਸ਼ ਪੰਜਾਂ ਵਿਕਾਰਾਂ ਰੂਪੀ ਹੈਗੇ ਆ।
ਜਦੋਂ ਸਾਰੇ ਛੱਡਤੇ ਸਤ ਸੰਤੋਖ ਦਇਆ ਕਰਮ ਧੀਰਜ ਵਿਵੇਕ ਕਰਨਾ ਮੈਤਰੀ ਮੁਕਤਾ ਵੇਖਿਆ ਇਹ ਸ਼ੁਭ ਗੁਣ ਧਾਰਨ ਕਰ ਲੈ। ਹਰ ਗੁਣ ਰਮਤ ਹਰੀ ਪਰਮਾਤਮਾ ਦੇ ਮਿਲਣ ਵਾਸਤੇ ਜਦੋਂ ਇਹਨਾਂ ਗੁਣਾਂ ਵਿੱਚ ਰਮਤ ਰਮਦਾ ਹੈ, ਇਹਨਾਂ ਦੇ ਅਨੁਕੂਲ ਚੱਲਦਾ ਹੈ, ਨਾ ਹੀ ਜਮ ਪੰਥ, ਫਿਰ ਜਮਾਂ ਦੇ ਪੰਥ ਰਸਤੇ ਕਿਉਂ ਜਾਏਗਾ? ਜਮਾਂ ਦੇ ਪੰਥ ਰਸਤੇ ਦਾ ਤਾਂ ਹੀ ਜਾਏਗਾ ਨਾ ਜੇ ਉਹ ਕਰਮ ਮਾੜੇ ਕਰੇਗਾ। ਇਹ ਤਾਂ ਦੂਰ ਰਹੀ ਉਹ ਜਮ ਕੀ ਬਾਟ, ਉਹ ਜਮਾਂ ਦਾ ਬਾਟ ਰਸਤਾ ਤਾਂ ਦੂਰ ਹੋ ਗਿਆ ਨਾ। ਗੁਰਮੁਖਾਂ ਦਾ ਤਾਂ ਰਸਤਾ ਹੀ ਫਿਰ ਵੱਖਰਾ ਹੈ, ਉਹ ਹੈ ਨਾਮ ਦਾ, ਸਿਮਰਨ ਦਾ, ਸਤਸੰਗ ਦਾ। ਇਸ ਵਾਸਤੇ ਜਿਵੇਂ ਉਹ ਇੱਕ ਰਾਜਾ ਸੀ, ਉਹ ਹਰ ਵੇਲੇ ਰਾਜ ਸਾਜ ਦੇ ਕੰਮਾਂ ਪਦਾਰਥਾਂ ਮਾਇਆ ਵਿੱਚ ਗਲਤਾਨ ਰਹਿੰਦਾ ਸੀ। ਰਾਣੀ ਕੋਈ ਸੰਤਾਂ ਦੀ ਸੰਗਣ ਸੀ, ਉਹਨੇ ਕਹਿਣਾ ਮਹਾਰਾਜ ਭਜਨ ਕਰਿਆ, ਬਸ ਉਹ ਆਲਸੇ ਰੱਖੀ। ਇੱਕ ਦਿਨ ਉਹ ਗੁੱਸੇ 'ਚ ਕਹਿ ਬੈਠੀ ਤੁਸੀਂ ਤਾਂ ਬੜੇ ਮੂਰਖ ਆ। ਉਹ ਰਾਜੇ ਨੇ ਕਿਹਾ ਵੀ ਮੈਨੂੰ ਮੂਰਖ ਕਿਹੜੀ ਗੱਲੋਂ ਕਿਹਾ? ਸਾਰੀ ਦੁਨੀਆ ਤਾਂ ਮੈਨੂੰ ਅਕਲ ਵਾਲਾ ਸਮਝਦੀ। ਕਹਿੰਦੇ ਵੀ ਬੇਸਵਾ ਦਾ ਪੁੱਤ ਬਹੁਤ ਸਿਆਣਾ ਹੁੰਦਾ, ਅਤੇ ਰਾਜੇ ਦੀ ਅਕਲ ਬਹੁਤ ਵੱਡੀ, ਅਤੇ ਜਿਹੜਾ ਸੰਤ ਮਹਾਂਪੁਰਖ ਉਹਦੀ ਤਾਂ ਬਹੁਤ ਵੱਡੀ ਮੰਨੇ। ਰਾਜੇ ਨੇ ਇੱਕ ਸੋਨੇ ਦੀ ਛੜੀ ਦੇ ਕੇ ਵਜ਼ੀਰ ਨੂੰ ਕਿਹਾ ਵੀ ਮੂਰਖ ਇਕੱਠੇ ਕਰੋ, ਉਹਨੂੰ ਦਿਓ, ਜਿਹੜਾ ਸਭ ਨੂੰ ਮੂਰਖ ਹੈ ਉਹਨੂੰ ਛੜੀ ਦੇਣੀ। ਉਹ ਘੁੰਮਦਾ ਰਿਹਾ, ਘੁੰਮ ਕੇ ਆ ਗਿਆ। ਰਾਜਾ ਬਿਮਾਰ ਸੀ। ਕਹਿੰਦੇ ਰਾਜਨ ਕੀ ਕਰਦੇ ਆ? ਕਹਿੰਦੇ ਜੀ ਬਿਮਾਰ ਆ, ਪਤਾ ਨਹੀਂ ਮੈਂ ਮਰ ਜਾਣਾ। ਕਹਿੰਦੇ ਤੁਹਾਡੇ ਨਾਲ ਇਹ ਖਜ਼ਾਨੇ ਮਾਇਆ ਪਦਾਰਥ ਹੀਰੇ ਰਵਾ ਜਾਣਗੇ? ਕਹਿੰਦੇ ਨਹੀਂ। ਰਾਣੀਆਂ, ਪਰਿਵਾਰ, ਵਜ਼ੀਰ ਮੰਡਲੀ, ਘੋੜੇ, ਹਾਥੀ, ਊਠ, ਰੱਥ, ਵਗੀਆਂ, ਕਹਿੰਦੇ ਕੁਝ ਵੀ ਨਹੀਂ ਜਾਏਗਾ। ਕਹਿੰਦੇ ਆ ਸੋਟੀ ਫੜ ਲਾ, ਤੂੰ ਸਭ ਨੂੰ ਵੱਡਾ ਮੂਰਖ ਜਿਹਨੇ ਸਿਮਰਨ ਨਹੀਂ ਕੀਤਾ, ਤੂੰ ਸਾਰਿਆਂ ਨੂੰ ਵੱਡਾ ਮੂਰਖ ਆ। ਆਪਣੇ ਆਪ ਨੂੰ ਭਾਵੇਂ ਅਕਲ ਵਾਲਾ ਸਮਝਦਾ, ਜਿਹਨੇ ਸਿਮਰਨ ਨਹੀਂ ਕੀਤਾ ਉਹ ਸਭ ਨੂੰ ਵੱਡਾ ਮੂਰਖ ਹੈ। ਇਸ ਵਾਸਤੇ ਮਹਾਰਾਜ ਦੱਸਦੇ ਆ ਕਿ ਜਿਹੜਾ ਉਹਦਾ ਸਿਮਰਨ ਕਰਦਾ ਉਹਦਾ ਜੰਮਣਾ ਮਰਨਾ ਨਹੀਂ ਹੁੰਦਾ। ਜਿਹੜੇ ਹਰੀ ਦੇ ਗੁਣਾਂ ਅਨੁਸਾਰ ਸੰਸਾਰ 'ਤੇ ਵਿਚਰਦੇ ਆ, ਨਾ ਹੀ ਜੰਮ ਪੰਥ, ਉਹਨਾਂ ਨੂੰ ਜਾਮਾਂ ਦੇ ਪੰਥ ਰਸਤੇ 'ਤੇ ਨਹੀਂ ਜਾਣਾ ਪੈਂਦਾ। ਆਮ ਜਿਹੜੇ ਗਰੜ ਪ੍ਰਾਣ ਵਾਲੇ ਆ, ਉਹਨਾਂ ਦਾ ਖਿਆਲ ਹੈ ਕਿ ਜਿਹੜੀ ਜੀਵਾਤਮਾ ਜਿਹੜੇ ਸੂਰਜ ਲੋਕ ਰਾਹੀਂ ਜਾਂਦੇ ਆ, ਉਹ ਰਸਤਾ 6 ਮਹੀਨਾ ਦਾ, ਚੰਦਰ ਲੋਕ ਰਾਹੀਂ 1 ਸਾਲ ਦਾ। ਉਹ ਪੰਡਤ ਕਥਾ ਕਰ ਰਿਹਾ ਸੀ ਗਰੜ ਪ੍ਰਾਣ ਦੀ। ਮਹਾਰਾਜ ਹਰੇਕ ਵਿਦਵਾਨ ਦਾ ਸਤਿਕਾਰ ਕਰਦੇ ਸੀ। 6ਵੇਂ ਪਾਤਸ਼ਾਹ ਵੇਲੇ ਦਾ ਪ੍ਰਸੰਗ ਆ। ਉਹ ਮਹਾਰਾਜ ਦੇ 4 ਗੁਰਸਿੱਖ ਕਹਿੰਦੇ ਵੀ ਪੰਡਤ ਨੇ ਇਹ ਗੱਲ ਕਹੀ ਹੈ। ਇੱਕ ਕਹਿੰਦਾ ਮੈਂ 8 ਪਹਿਰਾਂ ਜਾ ਸਕਦਾ, ਦੂਜਾ 4 ਪਹਿਰਾਂ 'ਚ, ਇਹ ਕਹਿੰਦਾ 1 ਪਹਿਰ 'ਚ, ਇੱਕ ਕਹਿੰਦਾ ਅੱਖ ਮੀਟਣ ਖੋਲ੍ਹਣ 'ਚ। ਜਿਹਦੇ ਸੁਣਿਆ ਮਹਾਰਾਜ ਕੋ ਆ ਗਿਆ, ਮਹਾਰਾਜ ਤੁਹਾਡੇ ਸਿੱਖ ਬੜਾ ਝੂਠ ਬੋਲਦੇ ਆ ਕਿ ਗਰੜ ਪੁਰਾਣ ਵਿੱਚ ਇਹ ਲਿਖਿਆ ਹੋਇਆ, ਇਹ ਗੱਲਾਂ ਇਹ ਕਰਦੇ ਆ। ਮਹਾਰਾਜ ਨੇ ਬੁਲਾ ਲਿਆ, ਸੁਣਾਓ ਵੀ ਬਚਨ ਵਿਲਾਸ। ਉਹ ਕਹਿੰਦੇ ਮਹਾਰਾਜ ਜਾਣੇ ਜਾਣੇ ਆ। ਮਹਾਰਾਜ ਕਹਿੰਦੇ ਪੰਡਤਾ, ਗਰੜ ਪੁਰਾਣ ਵਿੱਚ ਪੁੰਨੀਆਂ ਤੇ ਪਾਪੀਆਂ ਦਾ ਲਿਖਿਆ, ਤੇ ਜਿਹੜੇ ਪਾਪੀ ਚੰਦਰ ਲੋਕ ਰਾਹੀਂ ਸਾਲ ਜਾਂਦੇ ਆ, ਪੁੰਨੀ 6 ਮਹੀਨੇ ਜਾਂਦੇ। ਤੇ ਬਾਣੀ ਕਹਿੰਦੀ ਪਾਪ ਪੁੰਨ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ।
ਜਿਨ੍ਹਾਂ ਨੂੰ ਸਤਿਗੁਰੂ ਦੀ ਪ੍ਰਸਾਦ ਕਿਰਪਾ ਮਿਲ ਗਈ ਨਾ, ਉਹ ਗੁਰਮੁਖ ਇੱਕ ਖਿੰਨ 'ਚ ਜਾ ਸਕਦੇ। ਮਹਾਰਾਜ ਕਹਿਣ ਲੱਗੇ ਗੁਰਸਿੱਖ ਨੂੰ ਕਿ ਪੰਡਤ ਦੇ ਮਨ 'ਚ ਦੁਬਿਧਾ ਦੂਰ ਨਹੀਂ ਹੋਣੀ, ਇਹਨੂੰ ਦਿਖਾਲ ਦੇ ਦੇ। ਕਹਿੰਦੇ ਮਹਾਰਾਜ ਤੁਹਾਡੇ ਆਉਂਦਿਆਂ ਮੈਂ ਕਿਵੇਂ ਕਰਾਂ? ਕਹਿੰਦੇ ਨਹੀਂ, ਸਾਡਾ ਹੁਕਮ। ਕਹਿੰਦੇ ਪੰਡਿਆ ਮੀਟ ਹੋਇਆ ਅੱਖਾਂ, ਜੇ ਅੱਖਾਂ ਮਟਾਈਆਂ ਤੇ ਸਾਰਾ ਨਕਸ਼ਾ ਦਿਖਾ ਦਿੱਤਾ। ਕਹਿੰਦਾ ਮਹਾਰਾਜ ਮੈਂ ਤਾਂ ਸਾਰੀ ਉਮਰ ਗਰੜ ਪੁਰਾਣ ਵਿੱਚ ਉਲਝਿਆ ਰਿਹਾ। ਕਿਉਂ? ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਪੋਛੀਆਂ। ਇਹ ਨਾਮਦਾਨ ਅਪਾਰ ਭਗਤਾਂ ਮਨ ਵਸੈ, ਇਹ ਐਸਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਉਹ ਜਮਾਂ ਦੇ ਪੰਥ ਰਸਤੇ ਨਹੀਂ ਜਾਂਦੇ। ਧਰਮ ਰਾਏ ਦਰ ਕਾਗਦ ਹਰ ਜਨ ਨਾਨਕ ਲੇਖਾ ਸਮਝਾ। ਇਸ ਵਾਸਤੇ ਉਹਨਾਂ ਗੁਰਸਿੱਖਾਂ ਦੀ ਐਸੀ ਅਵਸਥਾ ਹੈ। ਮਹਾ ਵਿਚਾਰ ਪੰਚ ਦੂਤਹਿ ਮੰਥ, ਉਹਨਾਂ ਦੇ ਮਹਾਨ ਵਿਚਾਰ, ਇੱਕ ਤਾਂ ਦੁਨਿਆਵੀ ਵਿਚਾਰ ਹੈ ਨਾ, ਉਹਨਾਂ ਦੇ ਪਰਮਾਰਥੀ ਆਤਮਾ ਵਿਚਾਰ। ਆਤਮਾ ਦਾ ਗਿਆਨ ਜਦੋਂ ਪ੍ਰਾਪਤ ਹੋ ਗਿਆ ਨਾ, ਪੰਜ ਦੂਤੈ ਮੰਥ, ਇਹ ਜਿਹੜੇ ਪੰਜ ਦੂਤ ਆ ਨਾ, ਇਹਨਾਂ ਨੂੰ ਮੰਥ ਹਾਂਜੀ ਰਿੜਕ ਕੇ ਕੱਢ ਦਿੰਦੇ ਅੰਦਰੋਂ। ਜਿਹੜੇ ਮਧਾਣੀ ਨਾ ਦਹੀਂ ਰੜਕੀ ਹੈ ਨਾ, ਸਿੱਧੀ ਸ਼ੁੱਧੀ ਪਾਸੇ ਹੋ ਜਾਂਦੀ ਹੈ, ਮੱਖਣ ਪਾਸੇ ਹੋ ਜਾਂਦਾ। ਉਹਨਾਂ ਨੇ ਵਿਚਾਰ ਦੀ ਮਧਾਣੀ ਨਾ, ਇਹ ਜਿਹੜੇ ਪੰਜ ਦੂਤ ਸੀ ਇਹਨਾਂ ਦਾ ਮੰਥਨ ਕਰਕੇ ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਇਹਨਾਂ ਨੂੰ ਦੂਰ ਕਰ ਦਿੱਤਾ ਹੈ। ਓ ਸਰਣਾਈ ਪੂਰਨ ਨਾਥ, ਪੂਰਨ ਨਾਥ। ਜਦੋਂ ਮਹਾਰਾਜ ਸਿੱਧਾ ਨਾਲ ਗੋਸ਼ਟੀ ਹੋਈ, ਕਹਿੰਦੇ ਮਹਾਰਾਜ ਸਾਡੇ 84 ਸਿੱਧ ਹੁੰਦੇ ਆ, 9 ਨਾਥ ਹੁੰਦੇ ਆ। ਮਹਾਰਾਜ ਕਹਿੰਦੇ ਬਈ ਤੁਹਾਡਾ ਵਿਚਾਰ ਕੀ ਹੈ? ਕਹਿੰਦੇ ਤੁਸੀਂ ਸਾਡੇ ਸ਼ਾਮਿਲ ਹੋ ਜਾਓ ਤੇ ਤੁਹਾਨੂੰ ਨਾਥ ਬਣਾ ਦਿਆਂਗੇ। ਮਹਾਰਾਜ ਕਹਿੰਦੇ ਆਪ ਨਾਥ, ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਥ। ਨਾਥਾਂ ਦਾ ਨਾਥ ਕੌਣ ਆ? ਬਾਕੀ ਤਾਂ ਸਭ ਅਨਾਥ ਆ, ਭਾਵੇਂ ਨਾ ਨਾਥ ਰਖਾ ਲਿਆ। ਮਹਾਰਾਜ ਕਹਿੰਦੇ ਹੈਗੇ ਅਨਾਥ ਹੀ ਆ, ਯਤੀਮ ਹੀ ਆ, ਲਵਾਰਸ ਹੀ ਆ। ਨਾਥ ਤਾਂ ਇੱਕ ਪਰਮੇਸ਼ਰ ਆ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਨੱਥਿਆ ਹੋਇਆ। ਹੋਰ ਨਾਥ ਕੌਣ ਹੈ? ਆਪ ਨਾਥ, ਨਾਥੀ ਸਭ ਜਾ ਕੀ। ਆ ਜਿਹੜੀਆਂ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਆ, ਇਹ ਤਾਂ ਕਹਿੰਦੇ ਦੂਸਰਿਆਂ ਲਈ ਸਵਾਦ ਆ। ਦੂਸਰੇ ਕਹਿੰਦੇ ਲਓ ਜੀ ਇਹਨੂੰ ਬੜੀ ਕਰਾਮਾਤ ਦਿਖਾਈ। ਕਰਾਮਾਤ ਇੱਕ ਵਾਰੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਉਹ ਸੇਵਾਦਾਰ ਇਕੱਠੇ ਹੋ ਗਏ, ਕਹਿਣ ਲੱਗੇ ਮਹਾਰਾਜ ਸੁਣਿਆ ਕਿ ਧੰਨ ਧੰਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬੜੀਆਂ ਕਰਾਮਾਤਾਂ ਕਈ ਵਾਰੀ ਦਿਖਾ ਜਾਂਦੇ ਸੀ, ਤੁਸੀਂ ਵੀ ਕੋਈ ਕਰਾਮਾਤ ਦਿਖਾ ਦਿਓ। ਸੰਤ ਕਹਿਣ ਲੱਗੇ ਨਾਮ ਨੂੰ ਵੱਡੀ ਕਰਾਮਾਤ ਕਿਹੜੀ ਹੈ? ਸਭ ਨੂੰ ਵੱਡੀ ਕਰਾਮਾਤ ਪਰਮੇਸ਼ਰ ਦਾ ਨਾਮ, ਜਿਹਦੀ ਬਰਕਤ ਨਾਲ ਆ ਦੇਖੋ ਲੰਗਰ ਚੱਲ ਰਿਹਾ, ਕਿੰਨਾ ਕੁਛ ਹੋ ਰਿਹਾ। ਹੋਰ ਕਰਾਮਾਤ ਕਿਹੜੀ? ਕਹਿੰਦੇ ਨਹੀਂ ਮਹਾਰਾਜ, ਜ਼ਿਆਦਾ ਹੀ ਜਿੱਦ ਕਰਨ ਲੱਗ ਪਿਆ, ਖਹਿੜੇ ਪਾ ਗਏ। ਸੰਤ ਕਹਿਣ ਲੱਗੇ ਆ ਮੇਰੇ ਚਰਨ ਵਿੱਚ ਜਰਾਬ ਪਾਈ ਹੋਈ ਹੈ, ਲਾ ਦਿਓ। ਉਹ ਜੀ ਸਾਰੇ ਜ਼ੋਰ ਲਾ ਥੱਕੇ, ਜਰਾਬ ਨਹੀਂ ਲਈ। ਇਉਂ ਵੀ ਜਿਵੇਂ ਨਾਲ ਹੀ ਸਰੀਰ ਦੇ ਚਿੰਬੜ ਗਈ ਹੋਵੇ, ਚਮੜੀ ਦਾ ਅੰਗ ਬਣ ਗਈ ਹੋਵੇ। ਬੜੇ ਕਹਿੰਦੇ ਦੇਖ ਲਈ ਕਰਾਮਾਤ, ਬੜੇ ਹੈਰਾਨ, ਕਮਾਲ ਦੀ ਗੱਲ ਹੈ, ਜਰਾਬ ਹੀ ਨਹੀਂ ਲੈ ਰਹੀ।
ਸੋ ਇਸ ਵਾਸਤੇ ਕਈ ਵਾਰੀ ਉਹ ਇਹੋ ਜਿਹਾ ਕਟਾਕਸ਼ ਕਰ ਵੀ ਜਾਂਦੇ ਆ। ਸੋ ਇਸ ਕਰਕੇ ਉਹਨਾਂ ਦੇ ਗੁਰਸਿੱਖਾਂ ਵਿੱਚ ਐਸੀਆਂ ਆਪ ਤਾਂ ਉਹ ਸਰਬੱਗ ਸਮਰੱਥ ਸਰਵ ਸ਼ਕਤੀਮਾਨ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸ ਰਹੇ ਹੈ ਕਿ ਉਹ ਨਾਥ ਕੌਣ ਹੈ। ਨਾਥ ਸਭ ਦਾ ਪਰਮੇਸ਼ਰ ਹੈ, ਬਾਕੀ ਉਹਦੇ ਅੱਗੇ ਸਭ ਅਨਾਥ ਹੈ। ਉਹਦੇ ਅੱਗੇ ਯਤੀਮਾਂ ਵਾਂਗ ਖੜੇ ਆ, ਝੋਲੀਆਂ ਅੱਡ ਅੱਡ ਕੇ ਮੰਗ ਰਹੇ ਹੈ। ਤੇ ਮਹਾਰਾਜ ਨੂੰ ਕਿਹਾ ਸੀ ਨਾ ਬਾਬਰ ਨੇ, ਤੇ ਮਹਾਰਾਜ ਕਹਿੰਦੇ ਕਈ ਮੁਹੰਮਦ ਖੜੇ ਦਰਬਾਰ, अंत न पावे बेशुमार। और रसूल रसाल दुनिया में आया, जब चाया तब पकड़ मगाया। कहो नानक सुन बाबर मीर, तुझ से मांगे सो अहमक फकीर। पहला तो तू कहता मेरा कुर्सी बकुरसी राज चले, तो हुण दाता बन के सानू देण लग्या। इस वास्ते वो सब नूं वड्डा नाथ ये नहीं ਕੰਨ ਵਿੱਚ ਬਲੌਰ ਦੀ ਮਾਲਾ ਪਾ ਲਈ, ਬੜਬੜੀਆਂ ਜਟਾਂ ਵਧਾ ਲਈਆਂ, ਪਿੰਡੇ ਨੂੰ ਭਭੂਤਾ ਮਲ ਲਿਆ, ਤੇ ਜਾਂ ਅਲਖ ਜਗਾ ਲਈ, ਹੱਥ ਵਿੱਚ ਚਿੱਪੀ ਪਕੜ ਲਈ। ਇਸ ਵਾਸਤੇ ਐਸਾ ਨਹੀਂ। ਮਾਰੇ ਕਹਿੰਦੇ ਨਾਥ ਤਾਂ ਉਹ, ਬਾਕੀ ਤਾਂ ਸਾਰੇ ਮੰਗਤੇ ਹੀ ਹੈ। ਹਾਂਜੀ, ਹੋਇਆ ਅਤੀਤ ਗ੍ਰਸਤ ਅਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਘਰ ਛੱਡ ਕੇ ਤਾਂ ਅਤੀਤ ਹੋ ਗਿਆ ਸੀ, ਤੇ ਉਹਨਾਂ ਦੇ ਘਰਾਂ ਜਾ ਕੇ ਪੇਟ ਨੂੰ ਝੁਲਕਾ ਦੇਣ ਵਾਸਤੇ ਮੱਖਣੀ ਰਾਮ, ਪ੍ਰਸ਼ਾਦਾ ਰਾਮ ਇਹ ਮੰਗਦੇ ਫਿਰਦੇ ਆ। ਸੋ ਇਸ ਵਾਸਤੇ ਫਿਰ ਤੇ ਨਾਥ ਕਿਵੇਂ ਹੋਏ? ਜਿੱਦਾਂ ਨਾਥ ਹੀ ਹੋਏ। ਮਹਾਰਾਜ ਕਹਿੰਦੇ ਨਾਥ ਤਾਂ ਉਹ ਆ ਜਿਹੜਾ ਸਭ ਨੂੰ ਦੇ ਰਿਹਾ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਬਾਕੀ ਸਭ ਅਨਾਥ ਹਨ, ਇੱਕੋ ਇੱਕ ਪਰਮਾਤਮਾ ਨਾਥ ਹੈ। ਜਨ ਆਪਣੇ ਕੋ ਦੀਜਹਿ ਹਾਥ, ਜਿਹੜਾ ਉਹਦਾ ਜਨ ਸੇਵਕ ਬਣ ਜਾਂਦਾ ਉਹਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਡੁੱਬਦੇ ਹੋਏ ਨੂੰ ਸੰਸਾਰ ਸਾਗਰ ਚੋਂ ਬਚਾ ਲੈਂਦਾ, ਬਲਦੀ ਅੱਗ ਚੋਂ ਵੀ ਬਚਾ ਲੈਂਦਾ। ਉਹਦੀ ਕਿਰਪਾ ਦਾ ਹੱਥ ਜਿਹਦੇ ਸਿਰ ਤੇ ਆ ਜਾਏ ਨਾ, ਉਹਦੀਆਂ ਸਾਰੀਆਂ ਮੁਸ਼ਕਲਾਂ ਆਸਾਨ ਹੋ ਜਾਂਦੀਆਂ। ਔਰ ਜੰਤ ਆਪਣੇ ਕੋ ਦੀਜੈ ਹਾਥ, ਜਿਹੜਾ ਉਹਦਾ ਸੇਵਾਦਾਰ ਆ ਉਹਨੂੰ ਹਾਥ ਮੈਨੇ ਆਪਣੀ ਬਭੂਤੀ ਦਾ ਕੁਝ ਨਾ ਕੁਝ ਗਿਆਨ ਵੀ ਦੇ ਦਿੰਦਾ। ਬਾਕੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਰੱਬ ਕਿਹੋ ਜਿਹਾ, ਉਹਨੂੰ ਵੀ ਥੋੜ੍ਹਾ ਜਿਹਾ ਭੇਦ ਦੇ ਵੀ ਦਿੰਦਾ। ਇਸ ਵਾਸਤੇ ਜਿਹਦੇ ਸਿਰ 'ਤੇ ਮਿਹਰ ਦਾ ਹੱਥ ਰੱਖ ਦਿੰਦਾ, ਕਿਰਪਾ ਕਰ ਦਿੰਦਾ। ਸੰਤ ਗੁਰਬਖਸ਼ ਸਿੰਘ ਬਾਬਾ ਅਤਰ ਸਿੰਘ ਜੀ ਦੇ ਪਾਸ ਆਏ, ਮਹਾਰਾਜ ਕਿਰਪਾ ਕਰ ਦਿਓ। ਉਹਨੇ ਮਸਤਕ ਨਾਲ ਅੰਗੂਠਾ ਛੁਆ ਦਿੱਤਾ, ਉਹ ਬਸੁੱਧ ਹੋ ਕੇ ਡਿੱਗ ਪਿਆ। ਸੰਤ ਤੇਜਾ ਨੂੰ ਕਹਿਣ ਲੱਗੇ, ਤੇਜਾ ਸਿੰਘ ਢੱਕਣ ਜ਼ਿਆਦਾ ਚੱਕਿਆ ਗਿਆ, ਹੁਣੇ 12 ਸਾਲ ਇਸ ਅਵਸਥਾ 'ਚ ਹੀ ਰਹੂਗਾ। ਵਧੇ ਅਵਸਥਾ ਵਿੱਚ ਕਮਾਈ ਵਾਲੇ ਜਿਹੜੇ ਹੁਣ ਜਿਹੜੀ ਤਾਰ ਵਿੱਚ ਬਿਜਲੀ ਦਾ ਕਰੰਟ ਆ ਉਹਨਾਂ ਜੋੜਾਂਗੇ ਆ ਜਾਓ, ਅਤੇ ਜੇ ਫਿਊਜੇ ਹੋਈ ਫਿਰ ਕਿੱਥੋਂ ਕਰੰਟ ਆਉਣਾ? ਜਿਨ੍ਹਾਂ ਦੇ ਅੰਦਰ ਨਾ ਬਾਣੀ ਦਾ ਪ੍ਰਵਾਹ 24 ਘੰਟੇ ਚੱਲਦਾ, ਰੌ ਚੱਲਦੀ ਹੈ, ਉਹਨਾਂ ਦੇ ਅੰਦਰ ਐਸੀ ਕਲਾ ਹੁੰਦੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ, ਕਿਸੇ ਦੇ ਉੱਤੇ ਉਹ ਮਿਹਰ ਦਾ ਹੱਥ ਰੱਖ ਦੇਣ, ਬਰਕਤਾਂ ਦੇ ਭੰਡਾਰ ਖੋਲ੍ਹ ਦਿੰਦੇ ਹਨ। ਰਹਾਉ ਭਾਈ ਗੜੀਆ ਜੀ ਸੀਗੇ ਨਾ, ਕਸ਼ਮੀਰ 'ਚ ਸੇਵਾ ਲੱਗੀ ਹੋਈ ਸੀ,
ਤੇ ਸ਼ਾਹ ਦੌਲਾ ਮਿਲਿਆ, ਉਹ ਵੀ ਚੰਗਾ ਫਕੀਰ ਸੀ। ਭਾਈ ਗੜੀਆ ਜੀ ਦੇ ਸਾਦੇ ਜਿਹੇ ਵਸਤਰ ਤੇ ਉਹ ਜੋੜਾ ਵੀ ਸਾਦਾ ਜਿਹਾ। ਉਹ ਕਹਿਣ ਲੱਗਾ ਵੀ ਐਡੇ ਗੁਰੂ ਨਾਨਕ ਸਾਹਿਬ ਗੱਦੀ ਦਾ ਸੇਵਕ ਆ, ਕੋਈ ਰਿੱਧੀ ਸਿੱਧੀ ਕਰਾਮਾਤ ਨਹੀਂ ਮਹਾਰਾਜ ਨੇ ਦਿੱਤੀ, ਵੀ ਇਹਨੂੰ ਕੋਈ ਕਲਾ ਦੇ ਦਈਏ। ਜਿਹੜੇ ਗੱਲ ਇਹੋ ਜਿਹੀ ਕੀਤੀ, ਉਹਨਾਂ ਨੇ ਦ੍ਰਿਸ਼ਟੀ ਕੀਤੀ ਤਾਂ ਐਵੇਂ ਦਿਸੇ ਜਿਵੇਂ ਸਾਰਾ ਪਹਾੜ ਸੋਨੇ ਦਾ ਬਣਿਆ ਹੋਇਆ। ਸ਼ਾਹ ਦੌਲਾ ਚਰਨਾਂ ਹੀ ਡਿੱਗ ਪਿਆ, ਮਹਾਰਾਜ ਕਿਰਪਾ ਕਰੋ, ਮੈਂ ਤਾਂ ਤੁਹਾਡੀ ਬਾਹਰ ਦੀ ਕਿਰਿਆ ਦੇਖ ਕੇ ਜਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਕਮਾਲ ਦੀ ਗੱਲ ਹੈ। ਉਹਨਾਂ ਦੀ ਸੰਗਤ ਦੁਆਰਾ ਸ਼ਾਹ ਦੌਲਾ ਜੀ 6ਵੇਂ ਪਾਤਸ਼ਾਹ ਦੇ ਸਾਧਕ ਬਣੇ। ਆ ਕੇ ਪ੍ਰਸ਼ਨ ਕੀਤੇ ਸੀ ਨਾ, ਪੀਰ ਕੀ ਤੇ ਔਰਤ ਕੀ, ਮੀਰੀ ਤੇ ਪੀਰੀ ਕੀ, ਤੇ ਮਹਾਰਾਜ ਨੇ ਪੁੱਤਰ ਕੀ। ਮਹਾਰਾਜ ਨੇ ਪੁੱਤਰ ਨਿਸ਼ਾਨ ਆ, ਔਰਤਾਂ ਮਾਨ ਹੈ, ਦੌਲਤ ਗੁਜਰਾਨ ਆ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਇੱਕ ਪੀਰੀ ਦੀ ਇੱਕ ਮੀਰੀ ਦੀ, ਇੱਕ ਨਾ ਪੀਰੀ ਇੱਕ ਨਾ ਮੀਰਾਂ ਦੀ ਮੀਰੀ ਖੋਲ੍ਹਣੀ। ਇਹ ਤਾਂ ਜਿਹੜੇ ਦੁਸ਼ਟ ਲੋਕ ਸ਼ਾਹ ਦੌਲਾ ਇਹ ਬਿਨਾਂ ਸ਼ਾਸਤਰ ਬਾਜ ਨਹੀਂ ਆਉਂਦੇ। ਕਹਿੰਦੇ ਮਹਾਰਾਜ ਇਹ ਤਾਂ ਗੁਰੂ ਨਾਨਕ ਦੀ ਗੱਦੀ ਉਹੀ ਸਰੂਪ, ਤੁਸੀਂ ਬਾਹਰੀ ਲੀਲਾ ਕਰ ਰਹੇ ਹੋ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਐਸੇ ਗੁਰਸਿੱਖ ਭਾਈ ਗੜੀਆ ਜੀ ਕਿੰਨੀਆਂ ਬਖਸ਼ਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮਿਹਰ ਦਾ ਹੱਥ ਰੱਖ ਦਿੰਦੇ ਆ, ਉਹਨਾਂ ਨੂੰ ਮਹਾਰਾਜ ਬਰਕਤਾਂ ਨਾਲ ਵੀ ਭਰਪੂਰ ਕਰ ਦਿੰਦੇ ਹਨ। ਵਿਸਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਿਮਰਤ ਸ਼ਾਸਤਰ ਵੇਦ ਪੁਰਾਨ, 27 ਸਿਮਰਤੀਆਂ ਭਾਰਤੀ ਸਾਹਿਤ ਵਿੱਚ, 6 ਸ਼ਾਸਤਰ ਆ, 4 ਵੇਦ ਤੇ 18 ਪੁਰਾਣ। ਇਹ ਬਹੁਤ ਵੱਡਾ ਲਿਟਰੇਚਰ ਹੈ। ਕਹਿੰਦੇ ਸਾਰਾ ਵੀ ਕੰਠ ਕਰ ਲੈ। ਤੇ ਜਦੋਂ ਮੁਗਲਾਂ ਦਾ ਰਾਜ ਆਇਆ ਨਾ, ਇਹਨੇ ਸਭ ਲਾਇਬ੍ਰੇਰੀਆਂ ਫੂਕ ਦਿੱਤੀਆਂ। ਫਿਰ ਉਹ ਸਾਧੂ ਇਕੱਠੇ ਹੋਏ, ਬਹੁਤ ਸਾਰੇ ਵਿਦਵਾਨ ਮਾਰ ਦਿੱਤੇ। ਜੰਗਲ ਵਿੱਚ ਮੀਟਿੰਗ ਹੋਈ ਕਿ ਹੁਣ ਕਿਵੇਂ ਕੀਤਾ ਜਾਏ, ਇਹ ਕਿਵੇਂ ਹੋਵੇ, ਸਾਰਾ ਲਿਟਰੇਚਰ ਫੂਕਿਆ ਗਿਆ। ਇੱਕ ਸੰਤ ਕਹਿੰਦਾ ਕਿਉਂ ਘਬਰਾਉਂਦੇ ਆ, ਇਹ ਸਾਰਾ ਕੁਛ ਮੇਰੇ ਅੰਦਰ ਹੀ ਆ, ਸਾਰਾ ਕੁਛ ਹੀ। ਇਹ ਜਿੰਨੇ ਗ੍ਰੰਥ ਪੰਥ ਆ, ਇਹ ਸੰਤ ਲੋਕਾਂ ਦਾ ਅਨੁਭਵ ਆ। ਉਹਨਾਂ ਨੇ ਫਿਰ ਉੱਥੇ 30,000 ਭੀਲ ਇਕੱਠੇ ਕੀਤੇ। ਕਹਿੰਦੇ 3 ਵਾਰੀ ਬੋਲੂੰਗਾ, ਜਿਹਨੂੰ ਇੱਕ ਵਾਰੀ ਹੋ ਜਾਏ ਫਿਰ ਉਹ ਉੱਤਮ, ਦੂਜੀ ਵਾਰੀ ਮੱਧਮ, ਤੀਜੀ ਵਾਰੀ ਕਨਿਸ਼ਟ। ਫਿਰ ਉਹਨਾਂ ਨੇ ਇਹ ਗਿਆਨ ਸਾਰੇ ਆਪਣੇ ਅੰਦਰੋਂ ਬਖਸ਼ਿਆ। ਤੇ ਜੇ ਇਹ ਸਾਰੇ ਗ੍ਰੰਥ ਵੀ ਕਹਿੰਦੇ ਕਰ ਲਈਏ, ਬੰਦੇ ਕੋਲ ਨਾਮ ਨਹੀਂ ਨਾ, ਤਾਂ ਫਿਰ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, 5 ਜਨਾਂ ਸੋ ਸੰਗ ਨਾ ਛੁੱਟ ਗੋ, ਅਦਕ ਆਹ ਬੁੱਧ ਬਾਧੇ। ਪਿਆਰੇ ਮੈਂ ਇਹਨੂੰ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜਿਆ ਬੁੱਧ ਬਵੇਕਾ। ਇਹ ਸ਼ਬਦ ਵਿੱਚ ਜਿੰਨੇ ਵੀ ਮੇਨ ਸਾਧਨ ਸਾਰੇ ਗਿਣੇ। ਅਖੀਰ ਰਿਜ਼ਲਟ ਕੀ ਕੱਢਿਆ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇੱਥੇ ਆ ਕੇ ਤੋੜਾ ਝਾੜਿਆ ਮਹਾਰਾਜ ਨੇ, ਤੇ ਗੱਲ ਇੱਥੇ ਆ ਕੇ ਬਣਨੀ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਪਾਰ ਬ੍ਰਹਮ ਕਾ ਕਰਹਿ ਬਖਿਆਨ, ਇਹ ਗ੍ਰੰਥ ਪੰਥ ਜਿੰਨੇ ਆ ਸੰਤ, ਇਹ ਪਾਰ ਬ੍ਰਹਮ ਬਾਰੇ ਬਖਿਆਨ ਕਥਨ ਕਰਦੇ ਹਨ। ਜੋਗੀ ਜਤੀ ਬੈਸਨੋ ਰਾਮਦਾਸ, ਯੋਗੀ ਜਿਹੜੇ ਆ ਅਨਪਾਟੇ, ਜਿਨ੍ਹਾਂ ਦੇ ਪੰਥ ਜੁਦੇ ਜੁਦੇ ਆ,
12 ਸੰਨਿਆਸੀਆਂ ਦੇ 10 ਆ। ਹੁਣ ਆਪਣੇ ਪੰਥਾਂ ਦਾ ਤਾਂ ਅੰਤ ਹੀ ਕੋਈ ਨਹੀਂ। 4 ਇਕੱਠੇ ਹੁੰਦੇ ਸਾਡੀ ਸੁਸਾਇਟੀ ਫਲਾਨੀ ਆ, ਗੱਜ ਕੇ ਬੋਲੋ। ਇੰਨਾ ਕੁਝ ਹੋ ਗਿਆ। ਭਾਈ ਗੁਰਦਾਸ ਨੇ ਲਿਖਿਆ ਸੀ ਨਾ, 12 ਮੈਂ ਜੋਗੀ ਖੱਪ ਜਾਵੇ ਤੇ ਸੰਨਿਆਸੀ 6 4, ਇਹਦੇ 6 ਤੇ 4 10, ਉਹ 10 'ਚ ਜੋਗੀ 12 'ਚ, ਤੇ ਅਸੀਂ ਇੰਨੇ ਪੰਥ ਬਣਾ ਲਿਆ ਅੰਤ ਕੋਈ ਨਹੀਂ। ਜਿਵੇਂ ਉਹ ਕੁਮਾਰੀ ਆਪਣਾ ਭਾਂਡਾ ਸਲਾਉਂਦੀ, ਆਪੋ ਆਪਣੇ ਢੋਲੇ ਗਾਈ ਜਾਂਦੇ ਆ, ਦੂਏ ਦੀ ਭੰਡੀ ਕਰੀ ਜਾਂਦੇ। ਪੰਥ ਮਹਾਰਾਜ ਨੇ ਇੱਕ ਬਣਾਇਆ ਸੀ, ਅਸੀਂ ਕਿਵੇਂ ਲੀਰੋ ਲੀਰ ਕਰਨ ਲੱਗੇ ਹੋਏ ਹਾਂ। ਇਹ ਸਾਡੀ ਦਸ਼ਾ ਬਣੀ, ਤਾਂ ਹੀ ਮਾਰ ਖਾ ਰਹੇ ਹਾਂ। ਏਕਤਾ ਟੁੱਟ ਗਈ, ਜੋ ਮਹਾਰਾਜ ਨੇ ਅਸੂਲ ਦਿੱਤੇ ਸੀ ਉਹਨਾਂ ਤੋਂ ਪਰੇ ਚਲੇ ਗਏ। ਅੱਜ ਵੀ ਬਰਕਤ ਲੈਣੀ ਹੈ ਤੇ ਫਿਰ ਇਸ ਚੀਜ਼ ਦੀ ਲੋੜ ਆ, ਜੋ ਗੁਰੂ ਮਹਾਰਾਜ ਸਿਧਾਂਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੋਗੀ ਤੇ ਜਤੀ, ਤੇ ਅੱਗੇ ਵੈਸ਼ਨੂੰ, ਜਿਹੜੇ ਵੈਸ਼ਨੂੰ ਕਹਾਉਂਦੇ ਆ ਰਾਮਦਾਸ, ਇਹ ਜਿਹੜੇ ਇਹਨਾਂ ਦਾ ਵੀ ਇੱਕ ਪੰਥ ਹੈ। ਮਿਤ ਨਾਹੀ ਪਾਰ ਬ੍ਰਹਮ ਅਬਿਨਾਸ਼, ਇਹਨਾਂ ਨੂੰ ਵੀ ਮਿਤ ਕੀਮਤ ਨਹੀਂ ਜਾਣੀ। ਪਾਰ ਬ੍ਰਹਮ ਅਵਿਨਾਸ਼, ਉਹ ਤਾਂ ਨਾਸੁਰਤ। ਜਿਵੇਂ ਕੋਈ ਮਾਈ ਵਿਧਵਾ ਸੀ, ਉਹ ਕਹਿੰਦੀ ਭੰਡਾਰਾ ਕਰਾਈਏ ਪਤੀ ਦੀ ਯਾਦ 'ਚ। ਪਹਿਲਾਂ ਸੰਨਿਆਸੀਆਂ ਕੋਲ ਗਈ, ਕਹਿੰਦੇ ਅਸਲੀ ਪੰਥ ਮਾਈ ਇਹ ਹੀ ਹੈ, ਬਾਕੀ ਤਾਂ ਫੁਕਰੇ ਹੀ ਹੈ। ਉਹਨੇ ਕਿਹਾ ਆਪਾਂ ਨੂੰ ਕੀ, ਆਪਾਂ ਤਾਂ ਲੰਗਰੇ 'ਚ ਪਾਉਣਾ ਬਰਾਗੀਆਂ। ਇਹ ਰਾਮਚੰਦਰ ਜੀ ਦਾ ਅਸਲੀ ਪੰਥ। ਸੰਨਿਆਸੀ ਕਹਿੰਦੇ ਦੱਤਾਤਰੇయ ਜੀ ਦਾ, ਉਹਨੇ ਵੀ ਹੈ ਇਸ ਤਰ੍ਹਾਂ। ਇਹ ਤਾਂ ਸਾਰੇ ਝੂਠ ਖਾਂਦੇ ਸੰਨਿਆਸੀ, ਆਪਾਂ ਕਰਮ ਕਾਂਡੀ ਹਾਂ। ਵੈਸ਼ਨੂੰ, ਵੈਸ਼ਨੂੰ ਉਹ ਇਹ ਕ੍ਰਿਸ਼ਨ ਮਹਾਰਾਜ ਦਾ ਪੰਥ। ਵੈਸ਼ਨੂੰ ਰਾਮਦਾਸ ਘੁੰਗਰੂਆਂ ਖੜਕਾਉਂਦੇ ਸਾਰੇ ਇਸ ਤਰ੍ਹਾਂ। ਜਿਹੜੇ ਸਾਰਿਆਂ ਨੇ ਆਪੋ ਆਪਣੇ ਢੋਲੇ ਗਾਏ, ਉਹ ਕਹਿਣ ਲੱਗੀ ਵੀ ਸਾਡਾ ਵਿਧਵਾਵਾਂ ਦਾ ਪੰਥ ਮਾੜਾ, ਨਿਆਏ ਵਿਚਾਰੀਆਂ ਗਰੀਬ ਆ, ਪਤੀ ਦੇਵ ਦਾ ਸਾਇਆ ਚੁੱਕਿਆ ਹੋਇਆ, ਬਾਲ ਬੱਚੇ, ਕਿ ਉਹਨਾਂ ਨੂੰ ਭੰਡਾਰਾ ਛਕਾਈਏ। ਹੁਣ ਇਕੱਠੀਆਂ ਕਰਕੇ ਸਾਰੀਆਂ ਲੰਗਰ ਉਹਨਾਂ ਨੂੰ ਛਕਾ ਦਿੱਤੇ। ਉਹ ਮਿਲਣ, ਮਾਤਾ ਸ਼ਾਹੂਕਾਰ ਨਹੀਂ ਸੀ, ਮਾਤਾ ਨਿਉਂਦਾ ਦੇ ਗਈ ਸੀ, ਮੁੜ ਕੇ ਆਈ ਨਹੀਂ। ਕਹਿੰਦੇ ਤੁਸੀਂ ਆਪੋ ਆਪਣੇ ਸਾਰੇ ਸਲੋਤਾ ਕਰਦੇ। ਮੈਂ ਕਿਹਾ ਵੀ ਸਾਡਾ ਪੰਥ ਮਾੜਾ। ਅੱਜ ਵੀ ਇਹ ਹਾਲ ਹੋਇਆ, ਸੰਸਾਰ ਇਸ ਤਰ੍ਹਾਂ ਤੁਰਿਆ। ਮਹਾਰਾਜ ਸੱਚੇ ਪਾਤਸ਼ਾਹ ਉਹ ਪਰਮਾਤਮਾ ਨੂੰ ਭੁੱਲ ਗਏ। ਮਹਾਰਾਜ ਨੇ ਸਾਰੇ ਜਾਤ ਵਰਗ ਇੱਕ ਖਾਲਸਾ ਪੰਥ ਬਣਾਇਆ ਸੀ, ਕਿ ਹੁਣ ਅਸੀਂ ਆਪੋ ਆਪਣੇ ਬਣਾ ਕੇ ਬਹਿ ਗਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹਦੀ ਮਿੱਤ ਨਹੀਂ ਪਾਈ ਜਾਂਦੀ। ਉਹ ਬ੍ਰਹਮ ਪਰਮੇਸ਼ਰ ਅਵਿਨਾਸ਼, ਨਾਸ ਤੋਂ ਰਹਿਤ ਹੈ। ਕਰਨ ਪਲਾਹ ਕਰਹਿ ਸਿਧ ਦੇਵ, ਆ ਕਰਨ ਭਲਾ ਬੜੇ ਕੀਰਨੇ ਪਾਉਂਦੇ ਆ। ਔਰ ਸਾਰੇ ਜਿੰਨੇ ਵੀ ਹੈਗੇ ਆ ਉਹ ਇਸ ਤਰ੍ਹਾਂ ਇੱਕ ਦੂਏ ਦੇ ਢੋਲੇ ਗਾ ਰਹੇ ਆ। ਗਰੜ ਪ੍ਰਾਣ ਪੜ੍ਹ ਲਓ ਉਹਦੀ, ਸ਼ਿਵ ਪ੍ਰਾਣ ਪੜ੍ਹ ਲਓ ਸ਼ਿਵ ਜੀ ਦੀ, ਦੁਰਗਾ ਪ੍ਰਾਣ ਪੜ੍ਹ ਲਓ ਦੁਰਗਾ ਦੀ, ਵਿਸ਼ਨੂੰ ਪ੍ਰਾਣ ਕਹਿੰਦੇ ਵਿਸ਼ਨੂੰ ਸਾਰਾ, ਦੁਰਗਾ ਦਾ ਕੋਈ ਦੁਰਗਾ ਹੀ ਸਾਰਿਆਂ ਨੂੰ ਕੈਦ ਕਰ ਰਹੀ। ਸਕੰਦ ਪ੍ਰਾਣ ਪੜ੍ਹ ਲਓ, ਭਵਿਸ਼ਯ ਪ੍ਰਾਣ, ਉਹ ਸਾਰੇ ਆਪੋ ਆਪਣੀ ਸਲੋਤਾ ਕਰਦੇ। ਇਸ ਤਰ੍ਹਾਂ ਕਹਿੰਦੇ ਕਿ ਕਾਰਨ ਪੁਲਾਵ ਅੱਗੇ ਕਰਹਿ ਸਿਧ ਦੇਵ। ਹਾਂ, ਇਹ ਸਾਰੇ ਸ਼ਿਵ ਦੇਵ, ਜੋ ਸ਼ਿਵ ਕਲਿਆਣ ਸਰੂਪ ਦੇਵ ਪ੍ਰਕਾਸ਼ ਰੂਪ ਆ, ਉਹਨੂੰ ਛੱਡ ਕੇ ਸਾਰੇ ਬਹੁਤ ਤਰ੍ਹਾਂ ਦੇ ਕਰਨ ਪੁਲਾਵ ਉਪਾਅ ਵਗੈਰਾ ਕਰਦੇ ਹਨ, ਕੀਰਣੇ ਪਾਉਂਦੇ ਹਨ। ਤਿਲ ਨਹੀਂ ਬੂਝੈ ਅਲਖ ਅਭੇਦ, ਪਰ ਕਹਿੰਦੇ ਤਿਲ ਥੋੜਾ ਮਾਤਰ ਵੀ ਨਹੀਂ ਬੁੱਝਦੇ। ਉਹ ਤਾਂ ਅਲੱਖ ਆ, ਲੱਗਿਆ ਨਹੀਂ ਜਾਂਦਾ। ਅਭੇਦ, ਉਹਦਾ ਭੇਦ ਨਹੀਂ ਪਾਇਆ ਜਾਂਦਾ। ਬੜਿਆਂ ਨੇ ਯਤਨ ਕੀਤੇ, ਉਹ ਅਲੱਖ ਲਖਿਆ ਨਹੀਂ ਜਾਂਦਾ ਗੁਰੂ ਤੋਂ ਬਿਨਾਂ। ਉਹਦਾ ਭੇਦ ਗੁਰੂ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ ਹੈ। ਪ੍ਰੇਮ ਭਗਤ ਜਿਸ ਆਪੇ ਦੇ,
ਜਿਹਦੇ ਤੇ ਕਿਰਪਾ ਕਰਕੇ ਮਹਾਰਾਜ ਆਪਣੀ ਪ੍ਰੇਮਾ ਭਗਤੀ ਦੇ ਦਿੰਦੇ। 9 ਪ੍ਰਕਾਰ ਦੀ ਭਗਤੀ ਹੈ ਨਾ, ਜੇ ਪ੍ਰੇਮ ਨਹੀਂ ਤੇ ਸਾਰੀਆਂ ਭਗਤੀਆਂ ਅਧੂਰੀਆਂ ਹੀ। ਉਹ ਅਧੂਰੀਆਂ, ਇੱਕ ਪ੍ਰੇਮ ਦੇ ਨਾਲ ਸਾਰੀਆਂ ਭਗਤੀਆਂ ਪੂਰੀਆਂ। ਇਸ ਵਾਸਤੇ ਇਹ ਪ੍ਰੇਮਾ ਭਗਤੀ ਜਿਹੜੀ ਹੈ, ਜਿਹਨੂੰ ਕਿਰਪਾ ਕਰਕੇ ਮਹਾਰਾਜ ਬਖਸ਼ ਦੇਣਾ ਕਰਨ। ਜਗ ਮਹਿ ਬਿਰਲੇ ਕੇ ਸੰਸਾਰ ਵਿੱਚ ਕਿਤਨਿਆਂ ਵਿੱਚੋਂ ਕੋਈ ਬਿਰਲੇ ਹੀ ਹੈ ਜਿਨ੍ਹਾਂ ਨੂੰ ਇਹ ਭਗਤੀ ਮਿਲਦੀ। ਮਾਤਾ ਪਿਤਾ ਦੀ ਭਗਤੀ ਹੈ। ਇਸ ਤਰ੍ਹਾਂ ਹਿੰਦੂ ਸਮਾਜ ਵਿੱਚ ਪਿਤਰ ਭਗਤੀ ਹੈ, ਦੇਵ ਭਗਤੀ ਹੈ। ਪੁਰਾਣੇ ਰਾਜੇ ਧਰਮੀ ਹੁੰਦੇ ਸੀ, ਰਾਜ ਭਗਤੀ ਹੁੰਦੀ ਸੀ। ਗੁਰੂ ਭਗਤੀ ਹੈ, ਉਸਤਾਦ ਮੁਰਸ਼ਦ ਦੀ ਭਗਤੀ ਕਰਨੀ। ਨਿਰੰਕਾਰ ਦੀ ਭਗਤੀ ਹੈ, ਆਪੋ ਆਪਣੇ ਸਥਾਨ ਤੇ ਸਤਿਕਾਰਯੋਗ। ਪਰ ਗੁਰੂ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਉਹ ਮਹਾਨ ਹੈ, ਕਿਉਂਕਿ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿ ਸਮਾਏ। ਉਹ ਅਵਿਨਾਸੀ ਪੁਰਖ ਹੈ, ਨਾ ਆਵੇ ਨਾ ਜਾਏ, ਇੱਕ ਰਸ ਰਹਿਣ ਵਾਲਾ ਹੈ। ਬਾਕੀ ਮਾਤਰੀ ਪਿਤਰੀ ਭਗਤੀ ਜਿਹੜੀ ਉਹ ਵੀ ਠੀਕ ਹੈ, ਉਹਨਾਂ ਦਾ ਸਤਿਕਾਰ ਪਿਆਰ ਕਰਨਾ ਯੋਗ ਹੈ। ਸੋ ਇਸ ਵਾਸਤੇ ਮਹਾਰਾਜ ਅੱਗੇ ਅਰਥ ਦੱਸਦੇ ਹਨ। ਮੋਹ ਨਿਰਗੁਣ ਗੁਣ ਕਿਛੂ ਨਾਹੇ। ਉਹ ਮਾਲਕ ਦੇ ਚਰਨਾਂ 'ਚ ਅਰਦਾਸ ਕਰੇ, ਕਿਉਂ ਜਦੋਂ ਵੀ ਕਿਸੇ ਤੋਂ ਕੁਝ ਲੈਣਾ, ਹੰਕਾਰ ਨਾਲ ਤਾਂ ਕੁਝ ਮਿਲਦਾ ਨਹੀਂ ਨਾ, ਨਿਮਰਤਾ ਨਾਲ ਮਿਲੇਗਾ। ਮਹਾਰਾਜ ਚਰਨਾਂ 'ਚ ਬੇਨਤੀ ਕਰਨੀ, ਮੋਹੇ ਨਿਰਗੁਣ ਗੁਣ ਕਿਛੂ ਨਾ। ਮੈਂ ਮਹਾਰਾਜ ਗੁਣਾਂ ਤੋਂ ਹੀਣਾ, ਮੇਰੇ 'ਚ ਕੋਈ ਗੁਣ ਨਹੀਂ, ਸਭ ਅਵਗੁਣ, ਮੈਂ ਗੁਣ ਨਹੀਂ ਕੋਈ। ਕਿਉਂ ਕਰ ਕੰਤ ਮਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਮੇਰੇ ਤਾਂ ਕੋਈ ਗੁਣ ਵੀ ਹੈ ਨਹੀਂ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਮੋਹ ਨਿਰਗੁਣ ਗੁਣ ਕਿਛੂ ਨਾ। ਮੈਂ ਤਾਂ ਮਾਰਾ ਔਗੁਣਾਂ ਨਾਲ ਭਰਿਆ ਹਾਂ, ਮੇਰੇ 'ਚ ਕੋਈ ਗੁਣ ਹੀ ਹੈ ਨਹੀਂ। ਕਈ ਵਾਰੀ ਇਹ ਵੀ ਹੰਕਾਰ ਹੁੰਦਾ ਨਾ। ਸੁਖਦੇਵ ਵਿਆਸ ਜੀ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਭਾਗਵਤ ਪੁਰਾਣ ਪੜ੍ਹਾਇਆ। ਜਿਹੜੇ ਤੇ ਕਹਿੰਦੇ ਇਹ ਤਾਂ ਮੈਂ ਜਾਣਦਾ। ਉਹਨੇ ਕਿਹਾ ਪਿਓ ਕਰਕੇ ਸ਼ਰਧਾ ਨਹੀਂ ਬੱਝੀ। ਕਹਿੰਦੇ ਰਾਜੇ ਜਨਕ ਹੋ ਜਾ। ਉਹਨੇ ਅੱਗੇ ਕੌਤਕ ਕੀਤਾ ਸੀ। ਉਹਨਾਂ ਦੇ ਘਰੋਂ ਮਾਤਾ ਜੀ ਉਹਨਾਂ ਦਾ ਚਰਨ ਘੁੱਟੇ, ਇੱਕ ਤੇਲ ਦੇ ਕੜਾਹੇ 'ਚ ਕਹਿੰਦੇ ਲੈ ਅੰਦਗਾ ਦਾ। ਉੱਥੋਂ ਆ ਗਿਆ, ਕਹਿੰਦੇ ਤੂੰ ਨਿੰਦਿਆ ਕੀਤੀ, ਉੱਥੇ ਜਾ। ਫੇਰ ਆਇਆ, ਉਹਨੇ ਇੱਕ ਧੱਕੇ ਮਾਰ ਕੇ ਕੱਢ ਦਿਓ। 12 ਸਾਲ ਘੁੰਮਦਾ ਰਿਹਾ ਉੱਥੇ। ਤੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਣ ਹੈ, ਜੂਠਣ ਜੂਠ ਪਈ ਸਿਰ ਉੱਪਰ, ਖਿਨ ਮਨੂਆ ਇੱਕ ਤਿਲ ਨਾ ਡਲਾਵੇ। ਫਿਰ ਪੁੱਛਿਆ ਕਿੱਥੇ ਆ ਉਹ ਵਿਆਹ ਦਾ ਲੜਕਾ? ਆਹੇ ਉੱਥੇ ਆ, ਬੁਲਾਓ ਵੀ। ਕੋਈ ਲਗੋਟੀ ਜਿਹੀ ਤੁੰਬੀ ਸੀ, ਉੱਥੇ ਬਾਹਰ ਟੰਗਿਆ। ਸੇਵਾਦਾਰ ਮਹਾਰਾਜ ਕੋਈ ਜੋਗ ਮਾਇਆ ਨਾ ਉਹਨੇ ਅੱਗ ਲਾ ਦਿੱਤੀ। ਤੁਹਾਡੇ ਸ਼ਹਿਰ 'ਚ ਅੱਗ ਲੱਗ ਗਈ। ਅੱਗ ਮਾਰਾ ਬਾਜ਼ਾਰ ਮਹੱਲੇ, ਦਰਸ਼ਨ ਦੁਆਰ ਤੱਕ ਪਹੁੰਚ ਗਈ। ਉਹ ਆਰਾਮ ਨਾਲ ਪਏ। ਇਹ ਦੌੜਿਆ, ਕਹਿੰਦੇ ਕਿੱਥੇ ਚੱਲਿਆ? ਕਹਿੰਦੇ ਮਾਰਾ ਉਹ ਲਗੋਟੀ ਦੇ ਤੁੰਬੀ ਨਾਲ ਸੜ ਜਾਏ। ਕਹਿੰਦੇ ਤੂੰ ਮੈਨੂੰ ਕਹਿੰਦਾ ਗ੍ਰਸਤੀਆਂ ਤੇ ਤੂੰ ਸਾਡੇ ਲਗੋਟੀ ਤੁੰਬੀ 'ਚ ਫਸਿਆ ਫਿਰਦਾ। ਉਹ ਦਿਮਾਗ ਜਿਹੜਾ ਕੀੜਾ ਸੀ ਕੱਢ ਦਿੱਤਾ। ਫਿਰ ਕਹਿਣ ਲੱਗੇ ਲਿਆਓ ਬਾਟਾ ਤੇਲ ਦਾ ਭਰ ਕੇ, ਇਹਦੇ ਹੱਥਾਂ ਦੇ ਰੱਖ। ਸ਼ਹਿਰ ਵਿੱਚ ਬੜੀ ਸਜਾਵਟ ਕਰ ਦਿੱਤੀ, ਰੰਗ ਰਲੀਆਂ ਬਹੁਤ। ਔਰ ਐਸਾ ਕਹਿੰਦੇ ਘੁਮਾ ਕੇ ਲਿਆਓ ਸਾਰੇ। 2 ਬੰਦੇ ਨੰਗੀਆਂ ਤਲਵਾਰਾਂ ਵਾਲੇ, ਜੇ ਤੇਲ ਡੁੱਲੇ ਇੱਧਰ ਉੱਧਰ ਦੇਖੇ, ਮਾਰ ਕੇ ਤਲਵਾਰ ਸਿਰ ਕੱਟ ਕੇ ਥਾਲ 'ਚ ਰੱਖ ਕੇ ਲਾਇਆ।
ਜਪ ਤਪ ਤਾਂ ਕਰਦਾ ਹੀ ਰਿਹਾ ਸੀ। ਤੇ ਦੇਖਿਆ ਜਾਪੀ ਦਾ ਮਨ ਇਕਾਗਰ ਵੀ ਹੈ। ਘੁੰਮ ਕੇ ਆ ਗਿਆ, ਤੇਲ ਦਾ ਇੱਕ ਤੁਪਕਾ ਨਹੀਂ ਡੁੱਲਿਆ। ਕਹਿੰਦੇ ਆ ਜਾਓ, ਪ੍ਰੀਖਿਆ ਪਾਸ ਹੋ ਗਈ। ਫਿਰ ਸੁਖਦੇਵ ਦੇ ਉੱਤੇ ਰਾਜਾ ਜਨਕ ਦੀ ਮਿਹਰ ਹੋਈ, ਕਿਉਂ ਕਮਾਈ ਤੋਂ ਬਿਨਾਂ ਗੱਲ ਨਹੀਂ ਬਣਦੀ। ਚਾਹੇ ਪੁਰਾਣਾ ਇਤਿਹਾਸ, ਚਾਹੇ ਨਵੀਨ ਗੁਰੂ ਸਾਹਿਬ ਨੇ ਥੋੜ੍ਹੇ ਪਰਚੇ ਪਾਏ। ਗੁਰੂ ਅੰਗਦ ਸਾਹਿਬ ਦਾ ਜੀਵਨ ਪੜ੍ਹੋ, ਧੰਨ ਗੁਰੂ ਅਮਰਦਾਸ, ਧੰਨ ਸ਼੍ਰੀ ਗੁਰੂ ਰਾਮਦਾਸ, ਗੁਰਸਿੱਖਾਂ ਦੇ ਜਿਨ੍ਹਾਂ ਨੇ ਉਹ ਪਰਚੇ ਪਾਸ ਕੀਤੇ, ਉਹਨਾਂ ਨੇ ਬਰਕਤਾਂ ਲਈਆਂ। ਕਦੋਂ? ਨਮਾਣੇ ਬਣ ਕੇ, ਹੰਕਾਰ ਕਰਕੇ। ਪ੍ਰਿਥੀ ਚੰਦ ਵੀ ਮਹਾਰਾਜ ਦੇ ਸਾਹਿਬਜ਼ਾਦੇ ਸੀ, ਮਹਾਦੇਵ ਜੀ ਵੀ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸਾਹਿਬਜ਼ਾਦੇ ਦਾ ਮਹਾਰਾਜ ਦੇ। ਧੰਨ ਗੁਰੂ ਅਰਜਨ ਸਾਹਿਬ ਸਾਰਿਆਂ ਤੋਂ ਛੋਟੇ ਸੀ, ਉਹ ਬਰਕਤ ਕਿਉਂ ਲੈ ਗਏ? ਉੱਥੇ ਨਿਮਰਤਾ ਸੀ। ਨਿਮਰਤਾ, ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਇਓ ਹੀ। ਤਰਸ ਪਿਆ ਮੇਰ ਅੰਮ੍ਰਿਤ ਹੋਈ, ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਬਖਸ਼ਿਸ਼, ਜਿਵੇਂ ਭੱਟਾਂ ਨੇ, ਹਮ ਅਵਗੁਣ ਪਰੇ ਗੁਣ ਨਾਹੀ, ਅੰਮ੍ਰਿਤ ਛਾੜ ਵੇਖਿਆ ਵੇਖਾਈ, ਮਾਇਆ ਮੋਹ ਪਰਮ ਪੈ ਭੁਲੇ, ਸੋ ਦਾਰਾ ਸੁਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਗ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇਹ ਬਰਕਤ ਮਿਲਦੀ ਹੈ। ਤੇ ਜੇ ਹੰਕਾਰ ਕਰੋ ਤੇ ਕਿੱਥੋਂ? ਤੇ ਆਪਾਂ ਤੇ ਜੇ ਮਾੜਾ ਜਿਹਾ ਪੁੰਨ ਕਰ ਲਿਆ ਨਾ, ਤੇ ਪੂਰਾ ਹੰਕਾਰ ਕਰ ਦਿੰਦੇ, ਬਹੁਤ ਆਫਰ ਜਾਂਦੇ ਆ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹ ਤਾਂ ਮਾਨਨ ਮਾਨ ਵੰਜਾਈਆ ਗੁਰ ਚਰਣੀ ਲਾਗੋ ਰਾਮ, ਉਹਨਾਂ ਦੀ ਐਸੀ। ਇਸ ਕਰਕੇ ਕਹਿੰਦੇ ਮੈਂ ਮਾਰਾ ਗੁਣਾ ਤੋਂ ਹੀਣਾ, ਮੇਰੇ 'ਚ ਕੋਈ ਵੀ ਗੁਣ ਨਹੀਂ ਹੈ। ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ। ਇਹ ਮਹਾਰਾਜ, ਜੇ ਆਪ ਜੀ ਦੀ ਦਿਵ ਦ੍ਰਿਸ਼ਟੀ ਕਿਸੇ ਗੁਰਮੁਖ ਪਿਆਰੇ ਤੇ ਪੈ ਜਾਏ ਨਾ, ਸਾਰੇ ਨਿਧਾਨ ਖਜ਼ਾਨੇ ਜਿਹੜੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਤੇ ਦ੍ਰਿਸ਼ਟੀ ਪਈ ਕਿ ਨਹੀਂ? ਮੱਖਣ ਲਾਇਆ, ਸਾਰੇ ਕਹਿੰਦੇ ਮੱਖਣ ਘਰੋਂ ਚੋਰੀ ਲਿਆ, ਕਿਵੇਂ ਲਿਆ? ਉਹ ਕਰਦੇ ਕੁੱਟਣਗੇ ਤੈਨੂੰ। ਹਾਂਜੀ, ਇਹ ਛਕੋ, ਇਹ ਲੈ ਜਾ, ਅਸੀਂ ਨਹੀਂ ਛਕਦੇ। ਕਹਿੰਦੇ ਮਹਾਰਾਜ ਉਹ ਤਾਂ ਜਦੋਂ ਕੁੱਟਣਗੇ, ਤੁਸੀਂ ਮੈਨੂੰ ਹੁਣੇ ਮਾਰਨ ਡਏ, ਹੁਣੇ ਹੀ ਮਾਰਨ ਲੱਗੇ ਮੈਨੂੰ, ਉਹ ਤਾਂ ਜਦੋਂ ਕੁੱਟਣਗੇ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ ਬਾਲਕ, ਗੱਲਾਂ ਬਜ਼ੁਰਗਾਂ ਵਾਲੀਆਂ ਕਰਦਾ। ਉੱਥੋਂ ਬੂੜੇ ਤੋਂ ਉਹਨਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਪੈ ਗਿਆ। ਬਾਬਾ ਬੁੱਢਾ ਸਾਹਿਬ ਜੀ ਸਾਰੇ ਨਿਧਾਨ ਖਜ਼ਾਨੇ ਬਖਸ਼ ਦਿੱਤੇ ਮਹਾਰਾਜ ਨੇ। ਗੁਰੂ ਘਰ ਦਾ ਕੋਈ ਕਾਰਜ ਬਾਬਾ ਬੁੱਢਾ ਸਾਹਿਬ ਜਾਂ ਉਹਨਾਂ ਦੀ ਅੰਸ਼ ਬੰਸ ਤੋਂ ਬਿਨਾਂ ਮਹਾਰਾਜ ਨੇ ਸੰਪੂਰਨ ਨਹੀਂ ਮੰਨਿਆ। ਇੰਨੀ ਕਿਰਪਾ ਉਹਨਾਂ ਦੀ ਅੰਸ਼ ਬੰਸ 'ਤੇ ਵੀ ਕਰ ਗਏ। ਭਾਈ ਭਾਨਾ ਸਾਹਿਬ, ਭਾਈ ਝੰਡਾ ਸਾਹਿਬ, ਇਸ ਤਰ੍ਹਾਂ ਗੁਰਦਿੱਤਾ ਸਾਹਿਬ ਕਿੰਨੀਆਂ ਕਿਰਪਾ ਕਰਕੇ ਗਏ ਹਨ। ਨਾਨਕ ਦੀਨ ਜਾਚੈ ਤੇਰੀ ਸੇਵੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਦੀਨ ਗਰੀਬ ਹਾਂ, ਤੇਰੇ ਚਰਨਾਂ 'ਚ ਆ ਕੇ ਤੇਰੀ ਸੰਗਤ ਦੀ ਸੇਵਾ ਦੀ, ਤੇਰੇ ਪਿਆਰਿਆਂ ਦੀ ਸੇਵਾ ਦੀ ਜਾਚਨਾ ਕਰਦੇ ਹਾਂ। ਕਰ ਕਿਰਪਾ ਦੀਜੈ ਗੁਰਦੇਵ। ਇਹ ਗੁਰੂ ਦੇ ਪ੍ਰਕਾਸ਼ ਰੂਪ, ਕਿਰਪਾ ਕਰਕੇ ਸੇਵਾ ਤੇ ਸਿਮਰਨ ਗਰੀਬੀ ਦੀ ਦਾਤ ਕਿਰਪਾ ਕਰਕੇ ਬਖਸ਼ ਦੇਣਾ ਕਰੋ। ਨਾਨਕ ਦੀਨ ਜਾਚੈ ਤੇਰੀ ਸੇਵੋ। ਕਰ ਕਿਰਪਾ ਦੀਜੈ ਗੁਰਦੇਵੋ। ਇਹ ਪਿਆਰੇ ਸਤਸੰਗੀਓ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਗੋਂਡ ਰਾਗ ਵਿੱਚੋਂ ਲੜੀਵਾਰ ਵਿਚਾਰ ਸ਼ਰਵਣ ਕਰਨ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰੀਏ, ਜਿਨ੍ਹਾਂ ਦੀ ਬਖਸ਼ਿਸ਼ ਨਾਲ, ਕੰਨਾਂ ਰੂਪੀ ਦੋਨਿਆਂ ਨਾਲ ਇਹ ਅੰਮ੍ਰਿਤ ਪੀਣ ਦਾ ਸ਼ੁਭ ਸਮਾਂ ਪ੍ਰਾਪਤ ਹੋਇਆ ਹੈ।
ਗਵਾਈਆਂ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਸਮੁੱਚੇ ਰੂਪ 'ਚ ਧੰਨਵਾਦ ਹੈ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਿਉਂਕਿ ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਇਹ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ। ਸੋ ਆਪ ਸਾਰਿਆਂ ਦਾ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।